द बैनीपाल शो देखण वाले समुचे दर्शकों ਨੂੰ ਦਵਿੰਦਰ ਸਿੰਘ बैनीपाल ਵੱਲੋਂ प्यार ਅਤੇ ਸਤਿਕਾਰ ਸਹਿਤ सत श्री अकाल। ਅੱਜ ਦੇ ਪ੍ਰੋਗਰਾਮ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਆਓ ਦੋਸਤੋ, ਅੱਜ ਕਿਹੜੀਆਂ ਖਬਰਾਂ ਨੇ ਜਿਨ੍ਹਾਂ ਨੂੰ ਆਧਾਰ ਬਣਾ ਕੇ ਅੱਜ ਆਪਾਂ ਵਿਚਾਰ ਚਰਚਾ ਕਰਨੀ ਹੈ। ਸਭ ਤੋਂ ਪਹਿਲਾਂ ਸੰਖੇਪ ਦੇ ਵਿੱਚ ਉਹ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਾਂ। ਕੈਨੇਡਾ ਅਤੇ ਮੈਕਸੀਕੋ ਤੋਂ ਆਉਣ ਵਾਲੇ ਯਾਤਰੀਆਂ ਦੀ ਰੋਕ ਵਿੱਚ ਵਾਧਾ। ਪ੍ਰਧਾਨ ਮੰਤਰੀ ਮੋਦੀ ਨੇ ਖੇਤੀ ਕਾਨੂੰਨਾਂ ਦੇ ਗਿਣਵਾਏ ਇੱਕ ਵਾਰ ਫਿਰ ਤੋਂ ਫਾਇਦੇ। ਵਿੱਤ ਮੰਤਰੀ ਸੀਤਾਰਮਨ ਨੇ ਕਿਹਾ ਸਾਰੇ ਖਦਸ਼ੇ ਦੂਰ ਕਰਨ ਲਈ ਸਰਕਾਰ ਤਿਆਰ। ਕਿਸਾਨ ਆਗੂਆਂ ਨੇ ਦਿੱਲੀ ਦੇ ਸਾਰੇ ਰਸਤੇ ਬੰਦ ਕਰਨ ਦਾ ਕੀਤਾ ਐਲਾਨ। ਦਿੱਲੀ ਕੂਚ ਰੋਕਣ ਲਈ ਹਰਿਆਣਾ ਸਰਕਾਰ ਨੇ ਫਿਰ ਤੋਂ ਲਾਈਆਂ ਰੋਕਾਂ। ਖੇਤੀ ਕਾਨੂੰਨਾਂ ਵਾਲੀ ਪਟੀਸ਼ਨ ਤੇ ਸੁਪਰੀਮ ਕੋਰਟ ਵਿੱਚ 16 ਨੂੰ ਹੋਵੇਗੀ ਸੁਣਵਾਈ। ਕਿਸਾਨ ਅੰਦੋਲਨ ਦੌਰਾਨ ਜਾਨਾਂ ਗਵਾਉਣ ਵਾਲੇ ਕਿਸਾਨਾਂ ਨੂੰ ਡਾਕਟਰ ਓਬਰਾਏ ਵੱਲੋਂ ਪੈਨਸ਼ਨ ਦਾ ਐਲਾਨ। ਅਤੇ ਦਿੱਲੀ ਕਿਸਾਨ ਅੰਦੋਲਨ ਤੋਂ ਪਰਤ ਰਹੇ ਇੱਕ ਕਿਸਾਨ ਦੀ ਸੜਕ ਹਾਦਸੇ ਵਿੱਚ ਗਈ ਜਾਨ। ਦੋਸਤੋ, ਆਹ ਕੁਝ ਖਬਰਾਂ ਨੇ ਜਿਨ੍ਹਾਂ ਨੂੰ ਆਧਾਰ ਬਣਾਉਣਾ ਹੈ, ਜਿਸ ਦੇ ਉੱਤੇ ਵਿਸਥਾਰ ਨਾਲ ਚਰਚਾ ਕਰਨੀ ਹੈ। ਇਸ ਤੋਂ ਪਹਿਲਾਂ ਕਿ ਵਿਸਥਾਰ ਨਾਲ ਇਹਨਾਂ ਸਾਰੀਆਂ ਖਬਰਾਂ ਦੇ ਉੱਤੇ ਇੱਕ ਇੱਕ ਕਰਕੇ ਚਰਚਾ ਕੀਤੀ ਜਾਏ, ਤੁਹਾਨੂੰ ਰੋਜ਼ਾਨਾ ਦੀ ਤਰ੍ਹਾਂ ਬੇਨਤੀ ਹੈ ਕਿ ਜੇਕਰ ਤੁਸੀਂ ਇਸ ਵੀਡੀਓ ਨੂੰ ਦੇਖ ਰਹੇ ਹੋ ਤਾਂ ਸ਼ੇਅਰ ਜ਼ਰੂਰ ਕਰ ਦੇਣਾ, ਚੰਗੀ ਲੱਗੀ ਲਾਈਕ ਜ਼ਰੂਰ ਕਰ ਦੇਣਾ ਅਤੇ ਜੇਕਰ ਹਾਲੇ ਤੱਕ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਨੱਪ ਲੈਣੀ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਆਓ ਹੁਣ ਕੁਝ ਇੱਕ ਅੰਤਰਰਾਸ਼ਟਰੀ, ਰਾਸ਼ਟਰੀ ਅਤੇ ਕੁਝ ਲੋਕਲ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰੀਏ। ਤੁਹਾਨੂੰ ਯਾਦ ਹੈ ਕਿ ਕੋਵਿਡ ਦਾ ਪ੍ਰਕੋਪ ਲਗਾਤਾਰ ਵਧਣ ਲੱਗਿਆ। ਆਖਰਕਾਰ ਸਭ ਤੋਂ ਵੱਧ ਇਸ ਨੇ ਕੋਹਰਾਮ ਮਚਾਇਆ। ਸਭ ਤੋਂ ਵੱਧ ਅਸਰ ਮਾਰੂ ਇਸ ਦਾ ਨਜ਼ਰ ਆਇਆ ਅਮਰੀਕਾ 'ਚ, ਤੇ ਅਮਰੀਕਾ ਦੇ ਨਾਲ ਲੱਗਦੀ ਹੈ ਸਰਹੱਦ ਸਭ ਤੋਂ ਵੱਡੀ ਕੈਨੇਡਾ ਦੀ। ਇੱਕ ਪਾਸੇ ਮੈਕਸੀਕੋ ਹੈ। ਆਪਸ ਦੇ ਵਿੱਚ ਤਿੰਨਾਂ ਦਾ ਵਪਾਰ ਵੀ ਖੁੱਲ੍ਹਾ ਅਤੇ ਸਰਹੱਦਾਂ ਵੀ ਖੁੱਲ੍ਹੀਆਂ ਨੇ। ਪਰ ਜਦੋਂ ਕੋਵਿਡ ਆਇਆ ਉਹਦੇ ਤੋਂ ਬਾਅਦ ਨਾ ਚਾਹੁੰਦਿਆਂ ਹੋਇਆਂ ਵੀ ਇਸ ਲਾਂਘਿਆਂ ਨੂੰ, ਇਹਨਾਂ ਸਰਹੱਦਾਂ ਨੂੰ ਤਿੰਨੇ ਮੁਲਕਾਂ ਲਈ ਬੰਦ ਕਰਨਾ ਪਿਆ। ਹੁਣ ਅਮਰੀਕਾ ਵੱਲੋਂ ਖਬਰ ਪਹਿਲਾਂ ਮਿਲੀ ਆ, ਅੱਗੇ ਕੈਨੇਡਾ ਵਾਲੇ ਇਸ ਤਰ੍ਹਾਂ ਦੀ ਪਹਿਲ ਕਦਮੀ ਕਰਦੇ ਆ ਕਿ ਗੈਰ ਜ਼ਰੂਰੀ ਯਾਤਰਾ ਦੀ ਪਾਬੰਦੀ ਦਾ ਸਮਾਂ ਅਗਲੇ ਸਾਲ 21 ਜਨਵਰੀ ਤੱਕ ਵਧਾ ਦਿੱਤਾ ਗਿਆ। ਕੋਵਿਡ ਮਹਾਮਾਰੀ ਦੇ ਮਾਮਲੇ ਲਗਾਤਾਰ ਵਧ ਰਹੇ ਨੇ, ਜਿਸ ਨੂੰ ਦੇਖਦਿਆਂ ਹੋਮਲੈਂਡ ਸਿਕਿਉਰਿਟੀ ਨੇ ਇਹ ਫੈਸਲਾ ਕਰ ਦਿੱਤਾ। ਕੋਵਿਡ-19 ਦੀ ਲਾਗ ਫੈਲਣ ਤੋਂ ਰੋਕਣ ਦੀ ਲੜੀ ਦੇ ਵਿੱਚ ਅਮਰੀਕਾ, ਮੈਕਸੀਕੋ ਅਤੇ ਕੈਨੇਡਾ ਦੀ ਯਾਤਰਾ ਤੇ ਇਹ ਪਾਬੰਦੀਆਂ ਹੁਣ 21 ਜਨਵਰੀ 2021 ਤੱਕ ਲਾਗੂ ਰਹਿਣਗੀਆਂ। ਇੱਥੇ ਦੱਸਣਾ ਬਣਦਾ ਕਿ ਅਮਰੀਕਾ, ਕੈਨੇਡਾ ਅਤੇ ਮੈਕਸੀਕੋ ਤਿੰਨੇ ਹੀ ਮੁਲਕਾਂ ਦੇ ਵਿੱਚ ਕੋਵਿਡ-19 ਮਹਾਮਾਰੀ ਦਾ ਕਹਿਰ ਆ ਸੈਕੰਡ ਵੇਵ ਦੇ ਵਿੱਚ ਲਗਾਤਾਰ ਵਧ ਰਿਹਾ ਹੈ। ਉਹਨਾਂ ਕਿਹਾ ਕਿ ਅਸੀਂ ਮੈਕਸੀਕੋ ਅਤੇ ਕੈਨੇਡਾ ਦੇ ਨਾਲ ਜ਼ਰੂਰੀ ਵਪਾਰ ਤੇ ਯਾਤਰਾ ਨੂੰ ਤਾਂ ਜਾਰੀ ਰੱਖਾਂਗੇ, ਪਰ ਦੇਸ਼ ਦੀ ਜਨਤਾ ਨੂੰ ਕੋਵਿਡ-19 ਦੀ ਲਾਗ ਤੋਂ ਬਚਾਉਣ ਲਈ ਉਹਨਾਂ ਨੂੰ ਰੋਕ ਰਹੇ ਹਾਂ ਜਿਹੜੇ ਗੈਰ ਜ਼ਰੂਰੀ ਯਾਤਰਾ ਕਰਨੀ ਚਾਹੁੰਦੇ ਸਨ। ਸ਼ਾਇਦ ਤੁਹਾਨੂੰ ਯਾਦ ਹੋਵੇ ਕਿ ਸਰਹੱਦ ਤੇ ਪਹਿਲੀ ਵਾਰੀ ਕੋਵਿਡ-19 ਦੇ ਫੈਲਾਅ ਦੇ ਕਾਰਨ 21 ਮਾਰਚ 2020 ਨੂੰ ਰੋਕ ਲਾਈ ਗਈ ਸੀ। ਇਸ ਵਿਚਕਾਰ ਕੈਨੇਡਾ ਅਤੇ ਅਮਰੀਕਾ ਦੇ ਵਿਚਕਾਰ ਦੀ ਸਰਹੱਦ ਤੇ ਇਹ ਲਾਗੂ ਪਾਬੰਦੀਆਂ ਹਰ ਮਹੀਨੇ ਵਧਾਈਆਂ ਜਾ ਰਹੀਆਂ ਨੇ ਅਤੇ ਇਹ ਰੋਕ ਹੁਣ 21 ਦਸੰਬਰ ਨੂੰ ਖਤਮ ਹੋਣ ਵਾਲੀ ਸੀ। ਪਰ ਕੋਵਿਡ-19 ਦੇ ਪ੍ਰਕੋਪ ਨੂੰ ਦੇਖਦੇ ਇੱਕ ਮਹੀਨੇ ਦਾ ਇਸ ਵਿੱਚ ਹੋਰ ਵਾਧਾ ਕਰ ਦਿੱਤਾ ਗਿਆ ਹੈ ਅਤੇ ਇਸ ਤੋਂ ਬਾਅਦ ਮੈਕਸੀਕੋ ਦੇ ਵਿਦੇਸ਼ ਮੰਤਰਾਲੇ ਨੇ ਇਸ ਦੀ ਪੁਸ਼ਟੀ ਵੀ ਕਰ ਦਿੱਤੀ ਹੈ ਕਿ ਇਹ ਰੋਕ 21 ਜਨਵਰੀ 2021 ਦੀ ਰਾਤ 11:59 ਤੱਕ ਲਾਗੂ ਰਹੇਗੀ। ਹੁਣ ਇਹਦੇ ਵਿੱਚ ਕੁਝ ਇੱਕ ਲੋਕਾਂ ਨੂੰ ਛੋਟਾਂ ਵੀ ਨੇ। ਛੋਟਾਂ ਕਿਹਨੂੰ ਨੇ? ਉਹ ਇਹ ਹੈ ਕਿ ਜੇ ਕੋਈ ਸਰਹੱਦ ਦੇ ਆਰ-ਪਾਰ ਡਿਊਟੀ ਕਰ ਰਿਹਾ, ਕੋਈ ਪੜ੍ਹਾਈ ਕਰ ਰਿਹਾ, ਕਿਸੇ ਨੇ ਕੋਈ ਡਾਕਟਰੀ ਏਡ ਲੈਣੀ ਹੈ, ਜਾਂ ਫਿਰ ਕਿਸੇ ਦੇ ਮਾਂ-ਬਾਪ ਇੱਧਰ ਉੱਧਰ ਰਹਿੰਦੇ ਨੇ, ਕਿਸੇ ਦੇ ਭੈਣ ਭਰਾ ਨੇ, ਜਾਂ ਫਿਰ ਕੋਈ ਲਿਵ ਇਨ ਰਿਲੇਸ਼ਨ ਦੇ ਵਿੱਚ ਰਹਿੰਦਾ ਹੈ, ਉਹਨਾਂ ਵਾਸਤੇ ਇਸ ਦੇ ਵਿੱਚ ਕੁਝ ਪਾਬੰਦੀਆਂ ਤੋਂ ਉਹਨਾਂ ਨੂੰ ਛੋਟ ਦਿੱਤੀ ਗਈ ਹੈ। ਪਰ ਉਹਨਾਂ ਨੂੰ ਘੱਟੋ ਘੱਟ 15 ਦਿਨ ਦਾ ਪ੍ਰੋਗਰਾਮ ਬਣਾ ਕੇ ਸਬਮਿਟ ਕਰਨਾ ਪਏਗਾ। 14 ਦਿਨ ਉਹਨਾਂ ਨੂੰ ਸੈਲਫ ਆਈਸੋਲੇਸ਼ਨ ਵਿੱਚ ਰਹਿਣਾ ਪਏਗਾ ਅਤੇ ਇੱਕ ਦਿਨ ਉਹ ਆਪਸ ਦੇ ਵਿੱਚ ਖੁੱਲ੍ਹੇ 'ਚ ਮਿਲ ਸਕਣਗੇ। ਭਾਵ ਘੱਟੋ ਘੱਟ ਜੇਕਰ 15 ਦਿਨਾਂ ਦਾ ਕੋਈ ਪ੍ਰੋਗਰਾਮ ਬਣਾਏਗਾ ਉਹ ਕੈਨੇਡਾ ਦੇ ਵਿੱਚ ਦਾਖਲ ਹੋ ਸਕਦਾ ਹੈ। ਅਤੇ ਹੁਣ ਅਗਲੀ ਖਬਰ ਹੈ ਜਿਹੜੀ, ਇਹ ਖਬਰ ਵੀ ਕਾਫੀ ਅਚੰਭੇ ਵਾਲੀ ਖਬਰ ਹੈ। ਉਹਦਾ ਕਾਰਨ ਇਹ ਹੈ ਕਿ ਇੱਕ ਪਾਸੇ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ, ਇੱਕ ਪਾਸੇ ਕਿਸਾਨ ਅੰਦੋਲਨ ਕਰ ਰਹੇ ਨੇ, ਅਤੇ ਦੂਸਰੇ ਪਾਸੇ ਇੱਕ ਵਾਰ ਨਹੀਂ ਅਨੇਕਾਂ ਮੌਕਿਆਂ ਦੇ ਉੱਤੇ ਭਾਰਤ ਦੇ ਪ੍ਰਧਾਨ ਮੰਤਰੀ ਇਹਨਾਂ ਕਾਨੂੰਨਾਂ ਦੇ ਲਗਾਤਾਰ ਫਾਇਦੇ ਗਿਣਵਾਈ ਜਾ ਰਹੇ ਹੈ। ਹੁਣ ਖੇਤੀ ਕਾਨੂੰਨਾਂ 'ਚ ਕਹਿੰਦੇ ਸੁਧਾਰ ਕੀਤਾ ਗਿਆ। ਇਸ ਸੁਧਾਰ ਦੇ ਨਾਲ ਬਾਜ਼ਾਰ ਦੇ ਵਿੱਚ ਨਵੀਂ ਉਪਲਬਧਤਾ ਹੋਏਗੀ।
ਨਵੇਂ ਕਾਨੂੰਨਾਂ ਨੇ ਕਹਿੰਦੇ ਖੇਤੀ ਖੇਤਰ ਦੀਆਂ ਰੁਕਾਵਟਾਂ ਨੂੰ ਦੂਰ ਕਰਨ ਦਾ ਕੰਮ ਕਰਨਾ ਹੈ। ਇਸ ਨਾਲ ਕਹਿੰਦੇ ਇਸ ਖੇਤਰ ਦੇ ਵਿੱਚ ਨਵੀਂ ਤਕਨੀਕ ਆਏਗੀ, ਨਿਵੇਸ਼ ਵਧਾਉਣ ਦੇ ਵਿੱਚ ਮਦਦ ਮਿਲੇਗੀ। ਖੇਤੀ ਕਾਨੂੰਨਾਂ ਦੇ ਖਿਲਾਫ ਲਗਭਗ 2.5 ਹਫ਼ਤੇ ਤਾਂ ਹੁਣ ਹੋ ਗਏ ਅੰਦੋਲਨ ਕਰਦਿਆਂ ਨੂੰ ਦਿੱਲੀ ਦੀ ਹਿੱਕ ਤੇ। ਉਹਦੇ ਤੋਂ ਪਹਿਲਾਂ 2 ਮਹੀਨੇ ਕਿਸਾਨ ਪੰਜਾਬ ਦੇ ਵਿੱਚ ਅੰਦੋਲਨ ਕਰਦੇ ਰਹੇ। ਹੁਣ ਕਿਸਾਨਾਂ ਨੂੰ ਅੰਦੋਲਨ ਕਰਨ ਦੇ ਬਾਵਜੂਦ ਪ੍ਰਧਾਨ ਮੰਤਰੀ ਸ਼ਾਇਦ ਇਹ ਸਮਝਾ ਰਹੇ ਸੀ ਕਿ ਇਹ ਤੁਹਾਡੇ ਹੱਕ ਦੇ ਕਾਨੂੰਨ ਨੇ। ਹੁਣ ਦੇਸ਼ ਦੇ ਪ੍ਰਮੁੱਖ ਉਦਯੋਗ ਮੰਡਲ, ਜਿਸ ਨੂੰ ਫਿੱਕੀ ਕਹਿੰਦੇ ਆ, FICCI, ਉਸ ਦੀ ਸਾਲਾਨਾ ਆਮ ਬੈਠਕ ਦੀ ਵੀਡੀਓ ਕਾਨਫਰੰਸਿੰਗ ਰਾਹੀਂ ਉਹਨਾਂ ਨੇ ਉਦਘਾਟਨ ਕਰਦਿਆਂ ਕਿਹਾ ਕਿ ਸਰਕਾਰ ਦੀ ਨੀਤੀ ਤੇ ਨੀਤ ਕਿਸਾਨਾਂ ਦੇ ਕਲਿਆਣ ਲਈ ਵਚਨਬੱਧ ਹੈ। ਉਦਯੋਗਪਤੀਆਂ ਨੂੰ ਖੇਤੀ ਖੇਤਰ ਦੇ ਵਿੱਚ ਉਹਨਾਂ ਨਿਵੇਸ਼ ਦੀ ਅਪੀਲ ਕਰਦਿਆਂ ਕਿਹਾ ਕਿ ਖੇਤੀ ਖੇਤਰ ਦੇ ਵਿੱਚ ਨਿੱਜੀ ਖੇਤਰ ਤੋਂ ਜਿੰਨਾ ਨਿਵੇਸ਼ ਹੋਣਾ ਚਾਹੀਦਾ ਸੀ ਉਨਾ ਆਇਆ ਨਹੀਂ। ਵੱਖ-ਵੱਖ ਫਸਲਾਂ ਤੇ ਫਲਾਂ ਸਬਜ਼ੀਆਂ ਨੂੰ ਉਗਾਉਣ ਵਾਲੇ ਕਿਸਾਨਾਂ ਨੂੰ ਉਹ ਕਹਿੰਦੇ ਆਧੁਨਿਕ ਤਕਨੀਕ ਦਾ ਜਿੰਨਾ ਸਹਿਯੋਗ ਮਿਲੇਗਾ ਉਨੀ ਉਹਨਾਂ ਦੀ ਆਮਦਨੀ ਵਧੇਗੀ। ਉਹਨਾਂ ਨੇ ਕਿਹਾ ਕਿ ਤਾਜ਼ਾ ਸੁਧਾਰਾਂ ਦੇ ਨਾਲ ਕਿਸਾਨਾਂ ਨੂੰ ਨਵੇਂ ਬਾਜ਼ਾਰ ਅਤੇ ਨਵੇਂ ਮੌਕੇ ਮਿਲਣਗੇ ਅਤੇ ਉਹਨਾਂ ਨੂੰ ਤਕਨੀਕ ਦੀ ਮਦਦ ਵੀ ਮਿਲੇਗੀ। ਖੇਤੀ ਖੇਤਰ ਦੇ ਵਿੱਚ ਨਿਵੇਸ਼ ਵਧੇਗਾ। ਇਸ ਦੇ ਨਾਲ ਕਹਿੰਦੇ ਜੇਕਰ ਸਭ ਤੋਂ ਵੱਧ ਕਿਸੇ ਨੂੰ ਫਾਇਦਾ ਹੋਣਾ ਉਹ ਛੋਟੇ ਕਿਸਾਨਾਂ ਨੂੰ, ਛੋਟੀ ਜੋਤ ਵਾਲੇ ਕਿਸਾਨਾਂ ਨੂੰ ਫਾਇਦਾ ਹੋਏਗਾ। ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਸਰਕਾਰ ਦੀਆਂ ਨੀਤੀਆਂ ਪੇਂਡੂ ਖੇਤੀ ਆਧਾਰਿਤ ਅਰਥਚਾਰੇ ਨੂੰ ਹੁਲਾਰਾ ਦੇਣ ਵਾਲੀਆਂ ਨੇ। ਉਹ ਕਹਿੰਦੇ ਅਸੀਂ ਕਿਸਾਨਾਂ ਦੇ ਹਿੱਤ ਸੁਰੱਖਿਅਤ ਰੱਖਣ ਲਈ ਵਚਨਬੱਧ ਹਾਂ। ਉਹਨਾਂ ਕਿਹਾ ਕਿ ਅਰਥਚਾਰੇ ਦੇ ਵੱਖ-ਵੱਖ ਖੇਤਰਾਂ ਵਿਚਾਲੇ ਕੰਧ ਦੀ ਨਹੀਂ, ਪੁਲ ਦੀ ਜ਼ਰੂਰਤ ਹੈ। ਪਿਛਲੇ ਕੁਝ ਸਾਲਾਂ ਤੋਂ ਇਹਨਾਂ ਕੰਧਾਂ ਨੂੰ ਡੇਗਣ ਦੀਆਂ ਕਹਿੰਦੇ ਲਗਾਤਾਰ ਕੋਸ਼ਿਸ਼ਾਂ ਸਾਡੇ ਵੱਲੋਂ ਜਾਰੀ ਨੇ। ਇਸੇ ਦੌਰਾਨ ਉਹਨਾਂ ਨੇ ਜਨ ਧਨ ਖਾਤੇ, ਆਧਾਰ ਕਾਰਡ, ਸਸਤੇ ਮੋਬਾਈਲ ਡਾਟੇ ਦਾ ਜ਼ਿਕਰ ਵੀ ਕੀਤਾ। ਪਿੰਡਾਂ ਤੇ ਛੋਟੇ ਸ਼ਹਿਰਾਂ ਦੇ ਕਹਿੰਦੇ ਹੱਥਾਂ 'ਚ ਕਮਾਨ ਹੋਏਗੀ। ਉਹ ਕਹਿੰਦੇ ਪੇਂਡੂ ਇਲਾਕਿਆਂ 'ਚ ਨਿਵੇਸ਼ ਦੀ ਮੈਂ ਅਪੀਲ ਕਰਦਾ। ਉਹਨਾਂ ਕਿਹਾ ਕਿ ਇਹ ਤੈਅ ਹੈ ਕਿ 21ਵੀਂ ਸਦੀ ਵਿੱਚ ਭਾਰਤ ਦੀ ਵਿਕਾਸ ਯਾਤਰਾ ਪਿੰਡਾਂ, ਛੋਟੇ ਸ਼ਹਿਰਾਂ ਤੇ ਉਦਮੀਆਂ ਦੇ ਹੱਥਾਂ ਵਿੱਚ ਹੋਏਗੀ। ਇਸ ਲਈ ਉਦਮੀ ਇੱਥੇ ਨਿਵੇਸ਼ ਤੇ ਵਿਚਾਰ ਕਰਨ, ਆਪਣੇ ਨਿਵੇਸ਼ ਨਾਲ ਪਿੰਡਾਂ ਤੇ ਖੇਤੀ ਖੇਤਰਾਂ ਦੇ ਨਾਲ ਜੁੜੇ ਸਾਡੇ ਭੈਣਾਂ ਭਰਾਵਾਂ ਦੀ ਭਲਾਈ ਵਾਸਤੇ ਕਹਿੰਦੇ ਨਵੇਂ ਦਰਵਾਜ਼ੇ ਖੋਲ੍ਹਣ। ਉਹਨਾਂ ਦੱਸਿਆ ਕਿ ਪੇਂਡੂ ਖੇਤਰਾਂ ਦੇ ਵਿੱਚ ਇੰਟਰਨੈਟ ਦੀ ਵਰਤੋਂ ਕਰਨ ਵਾਲਿਆਂ ਦੀ ਗਿਣਤੀ ਸ਼ਹਿਰਾਂ ਨਾਲੋਂ ਜ਼ਿਆਦਾ ਹੋ ਰਹੀ ਹੈ। ਭਾਰਤ ਦੇ ਅੱਧੇ ਤੋਂ ਜ਼ਿਆਦਾ ਸਟਾਰਟਅਪ ਟੀਅਰ 2 ਅਤੇ ਟੀਅਰ 3 ਸ਼ਹਿਰਾਂ ਦੇ ਵਿੱਚੋਂ ਨੇ। ਕਹਿੰਦੇ ਪਿੰਡਾਂ ਦੇ ਸੁਪਨੇ ਪੂਰੇ ਕਰਨ ਦੇ ਵਿੱਚ ਸਾਡੀ ਸਰਕਾਰ ਰੁੱਝੀ ਹੋਈ ਹੈ। ਅਸੀਂ ਕਹਿੰਦੇ ਪਿੰਡਾਂ ਦੇ ਲੋਕ ਬਾਜ਼ਾਰਾਂ, ਸਕੂਲਾਂ, ਹਸਪਤਾਲਾਂ ਦੇ ਨਾਲ ਲਗਾਤਾਰ ਜੁੜ ਰਹੇ ਹਾਂ। ਪਿੰਡਾਂ ਦੇ ਲੋਕਾਂ ਦੀਆਂ ਖਾਹਿਸ਼ਾਂ ਵੀ ਵੱਧ ਰਹੀਆਂ ਨੇ ਅਤੇ ਕਹਿੰਦੇ ਉਹ ਸਮਾਜਿਕ ਆਰਥਿਕ ਗਤੀਸ਼ੀਲਤਾ ਵੀ ਚਾਹੁੰਦੇ ਨੇ। ਸਰਕਾਰ ਆਪਣੇ ਵੱਲੋਂ ਉਹਨਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਕਹਿੰਦੇ ਸਖਤ ਮਿਹਨਤ ਵੀ ਕਰ ਰਹੀ ਹੈ। ਤੇ ਹੁਣ ਤੁਸੀਂ ਦੇਖੋ ਕਿ ਇੱਕ ਪਾਸੇ ਗੱਲਾਂ ਗਣਾਈਆਂ ਜਾ ਰਹੀਆਂ ਨੇ, ਭਾਰਤ ਦੇ ਪ੍ਰਧਾਨ ਮੰਤਰੀ ਵੱਲੋਂ ਗੱਲਾਂ ਕੀਤੀਆਂ ਜਾ ਰਹੀਆਂ ਨੇ, ਤੇ ਦੂਸਰੇ ਪਾਸੇ ਕਿਸਾਨ ਜਿਹੜਾ ਇਸ ਵਕਤ ਤਿੰਨੇ ਸੁਧਾਰ ਕਾਨੂੰਨ ਜਿਹੜੇ ਆਖੇ ਜਾ ਰਹੇ ਨੇ ਉਹਨਾਂ ਨੂੰ ਆਪਣੇ ਗਲੇ ਦਾ ਫੰਦਾ ਦੱਸ ਰਿਹਾ ਹੈ। ਹੁਣ ਕਿਤੇ ਨਾ ਕਿਤੇ ਇਸ ਗੱਲ ਦੀ ਜਦੋਂ ਉਹ ਆਪ ਗੱਲ ਆਖ ਰਹੇ ਸੀ, ਅੱਜ ਫਿੱਕੀ ਦੇ ਉਦਘਾਟਨ ਕਰਦੇ ਵੇਲੇ ਉਹਨਾਂ ਨੇ ਆਖਿਆ ਕਿ ਸਰਕਾਰ ਕੰਧ ਨਹੀਂ ਸਗੋਂ ਪੁਲ ਦਾ ਕੰਮ ਕਰ ਰਹੀ ਹੈ। ਪਰ ਕੀ ਸੱਚੀ ਮੁੱਚੀ ਪੁਲ ਬਣਿਆ ਜਾ ਰਿਹਾ ਹੈ? 17 ਦਿਨ ਤਾਂ ਦਿੱਲੀ 'ਚ ਬੈਠਿਆਂ ਨੂੰ ਹੋ ਗਏ, 2 ਮਹੀਨੇ ਪੰਜਾਬ ਹਰਿਆਣੇ 'ਚ ਬੈਠਿਆਂ ਨੂੰ ਹੋ ਗਏ ਸੀ ਕਿਸਾਨਾਂ ਨੂੰ। ਕਿੰਨੀ ਵਾਰੀ ਸਰਕਾਰ ਨੇ ਉਹਨਾਂ ਦੇ ਬਰੂਹਾਂ ਤੇ ਜਾ ਕੇ, ਜਿੱਥੇ ਉਹ ਇਸ ਵਕਤ ਅੰਦੋਲਨ ਕਰ ਰਹੇ ਨੇ, ਜਾ ਕੇ ਪੁੱਛਿਆ ਕਿ ਦੱਸੋ ਭਾਈ ਤੁਸੀਂ ਜੋ ਮੰਗਾਂ ਮੰਗਾ ਰਹੇ ਹੋ ਜਾਂ ਮੰਗਾਂ ਸਾਡੇ ਕੋਲੋਂ ਮੰਗ ਰਹੇ ਹੋ, ਅਸੀਂ ਉਹਦੇ ਵਿੱਚ ਹੋਰ ਕੀ ਕਰੀਏ। ਉਹਨਾਂ ਦੇ ਮੰਤਰੀ ਤਾਂ ਮੀਟਿੰਗਾਂ ਕਰਦੇ ਰਹੇ ਹੈ। ਉਹਨਾਂ ਨੇ ਬੀਤੇ ਦਿਨੀ ਇਹ ਵੀ ਕਿਹਾ ਸੀ ਕਿ ਜਿਹੜੇ ਮੇਰੇ ਮੰਤਰੀ ਆਖ ਰਹੇ ਨੇ ਉਹ ਤੁਹਾਨੂੰ ਸੁਣਨਾ ਚਾਹੀਦਾ। ਪਰ ਦੂਸਰੇ ਪਾਸੇ ਤੁਸੀਂ ਤਾਂ ਆਪਣੇ ਮਨ ਕੀ ਬਾਤ ਸੁਣਾ ਰਹੇ ਹੋ। ਕਿਸਾਨਾਂ ਦੇ ਮਨ ਦੀ ਗੱਲ ਕੌਣ ਸੁਣੂ? ਕਿਸਾਨਾਂ ਦੇ ਮਨ ਕੀ ਬਾਤ ਕੌਣ ਸੁਣੂ? ਉਹ ਹੁਣ ਇੱਕ ਪਾਸੇ ਤਾਂ ਕਹਿੰਦੇ ਨੇ ਵੀ ਦਖਲ ਅੰਦਾਜ਼ੀ ਨੂੰ ਘੱਟ ਰੱਖਣਾ ਚਾਹੀਦਾ, ਨਿੱਜੀ ਪੂੰਜੀ ਨੂੰ ਹਲਾਰਾ ਦੇਣਾ ਚਾਹੀਦਾ। ਪਰ ਦੂਸਰੇ ਪਾਸੇ ਇਸ ਮਹਾਮਾਰੀ ਦਾ ਦੌਰ ਵੀ ਉਹ ਨਾਲ ਦੱਸੀ ਗਏ ਕਿ ਸਰਕਾਰ ਜਾਨਾਂ ਬਚਾਉਣਾ ਚਾਹੁੰਦੀ ਹੈ। ਸਭ ਤੋਂ ਸਰਵਉੱਚ ਤਰਜੀਹ ਸਰਕਾਰ ਦੀ ਲੋਕਾਂ ਦੀਆਂ ਜਾਨਾਂ ਬਚਾਉਣੀਆਂ। ਤੇ ਦੂਸਰੇ ਪਾਸੇ ਜੇ ਜਾਨਾਂ ਬਚਾਉਣੀਆਂ ਨੇ, ਜਿਹੜੇ ਆ ਕੇ ਅੰਦੋਲਨ ਕਰ ਰਹੇ ਨੇ, ਕਿ ਉਹਨਾਂ ਦੀਆਂ ਜਾਨਾਂ ਦਾ ਕੋਈ ਫਿਕਰ ਨਹੀਂ। ਉਸ ਅੰਦੋਲਨ ਨੂੰ ਬੰਦ ਕਰਨ ਵਾਸਤੇ ਸਰਕਾਰ ਨੇ ਕੀ ਚਾਰਾਜੋਈ ਕੀਤੀ ਹੈ? ਉਹ ਤਾਂ ਪਹਿਲੇ ਦਿਨ ਤੋਂ ਆਖ ਰਹੇ ਕਿ ਸਾਨੂੰ ਇਹ ਕਾਨੂੰਨ ਨਹੀਂ ਚਾਹੀਦੇ। ਮੰਨ ਲੈਂਦੇ ਆ 1 ਮਿੰਟ ਵਾਸਤੇ ਤੁਹਾਡੀ ਗੱਲ ਕਿ ਉਹਨਾਂ ਦੀ ਆਮਦਨ ਦੁੱਗਣੀ ਕਰ ਦੇਣਗੇ, ਪਰ ਕਿਸਾਨ ਕਹਿੰਦਾ ਸਾਡੀ ਜਿੰਨੀ ਆਮਦਨ ਹੈ ਇੰਨੀ ਰਹਿਣ ਦਿਓ, ਅਸੀਂ ਦੁੱਗਣੀ ਨਹੀਂ ਕਰਨੀ।
किसान आगूआं ने यह भी पूछा कि चल ये दस दिओ कि जेकर कानून तुसीं रद्द करदे हो साडी तां आमदन अद्धी रह जू, तुहाडे कहण दे मुताबिक दुगणी करनी सी, सरकार दा की इहदे विच जांदा है, ये सरकार दस देवे। हुण किते ना किते संसद बिल्डिंग का उद्घाटन करदिआं कहना कि गुरु नानक देव जी की फिलोसफी है कि डायलॉग जरूरी है, पर फिर डायलॉग किया क्यों नहीं जा रहा? हुण तक तुसीं किन्नी वारी किसान आगूआं दे नाल डायलॉग कीता? जे तुहानूं उन्हां दी फिलोसफी बारे ये जानकारी है फिर घट्टो घट्ट ये ते जवाब दिओ ना कि हुण तक किसानां दे नाल किन्नी वारी डायलॉग करन नूं तुसीं खुद तरजीह दित्ती है। पहलां संजय अग्रवाल जिहड़े सकत्तर ने वो मीटिंग करते रहे, फिर तुहाडे 3 मंत्री मीटिंग करते रहे, फिर गृह मंत्री ने मीटिंग की, पर तुसीं किस दिन डायलॉग किया उन्हां दे नाल? सो अगली गल, वित्त मंत्री भी हुण जिहड़े सीतारमण ने वो भी सामने आए ने। उन्होंने की कहा? वो कहते सरकार वालों पास किए गए खेती कानूनों के खिलाफ लगातार किसान प्रदर्शन कर रहे हैं। ये विचकार वित्त मंत्री निर्मला सीतारमण ने कहा है कि सरकार वालों किसानों के मुद्दे नूं सुलझाउण लई पहल की गई है। वित्त मंत्री ने यह भी कहा कि खेती कानूनों नाल घट्टो घट्ट समर्थन मुल प्रभावित नहीं होगा अते ना ही खरीद प्रभावित होएगी। वो कहते साडी सरकार ने सब तो ज़्यादा MSP दिता है। उन्होंने कहा कि किसानों के हर खादशे नूं दूर करने लई असीं तैयार भी हाँ। इस दे नाल ही उन्होंने विरोधियों ते निशाना विन्हना भी नहीं भुलिया। वो कहते किसान अंदोलन की आड़ दे विच दरअसल राजनीति विरोधी कर रहे हैं। वित्त मंत्री असल दे विच एक चैनल दे नाल गलबात कर रहे सी। वो कहते जेकर किसी ने मोदी सरकार के 6 सालों की तुलना पिछली सरकार के 6 साल या उस तो पहलां दी सरकार नाल करनी है तो तुसीं वेखो कि कणक, बाजरा, दालां ਅਤੇ होर भावें वेखो कि असी MSP ਨੂੰ सुनिश्चित किया 1.5 गुणा तो भी ज़्यादा असी वध मुल दिता है। वित्त मंत्री ने यह भी कहा कि MSP हमेशा खुले दिल नाल बरकरार रहेगी ਅਤੇ असी खरीद ਅਤੇ कीमतां दे मामले विच इस नूं किते होर ज़्यादा निखारिया। उन्हां यह भी कहा कि नवे खेती कानूनां नाल सरकार ने एक बदल दिता है कि किसान अपनी उपज नूं मंडियां तो बाहर भी बेच सकते हैं, जेकर लोड़ होवे सूबे तो बाहर भी ले जा सकते हैं। उन्होंने कहा कि इस मुद्दे नूं बेलोड़ा उछालिया जा रहा है। कहते मैं दिल्ली के बाहरी इलाकों के विच प्रदर्शन कर रहे किसानों नूं गलबात विच शामिल होने की बेनती करदी हां। किसान सानूं ये दसन कि उन्हां दी बिलां नूं लैके चिंता की है। फिर किसान अंदोलन दे मुतलक कहते असीं उन्हां दे नाल होर गलबात कर सकते हैं। शायद वित्त मंत्री नूं इस गल का इल्म नहीं होया जां खेतीबाड़ी मंत्री जां वपार मंत्री ने जां गृह मंत्री ने शायद बीबा जी नूं दस्सिया ही नहीं कि किसान आगू 6 गेड़ दीयां मीटिंगां दे विच जिहड़े तौखले आ वो भी दस चुके हैं। लगभग नित कई प्रैस कॉन्फ्रेंसिस ते मीटिंग करके दसदे है कि साडियां चिंतावां साडी सरकार जी सुनो। वो कहते ने सानूं ये कानून चाहिए नहीं, वो कहते सानूं पुछ के कानून नहीं बनाए गए, किसी नाल सलाह मशवरा नहीं किया गया, सानूं इस तरह के कानून की उक्का ही जरूरत नहीं, ये कानून तुसीं अपने वापस कर लो। ये तो साफ शब्दों के विच किसान तुहानूं होर की आखण, होर किसान तुहाडे नाल किहो जी गलबात करन। किसान आगू तो वार-वार आख रहे हैं कि असीं गलबात तो नहीं भजदे, असीं मीटिंग तो नहीं भजदे, पहलां 6 वार सद्दिया तो असीं 6 वारी आए हैं, हुण सद्दोगे असीं हुण भी आवांगे, पर एक कानून रद्द करन दी हामी भरो असीं फिर गलबात करांगे। शायद किसान आगूआं दी तकरीरां कढ के किते सुणिओ जरूर, तुहानूं पता लगेगा कि किसान आगू की चाहुंदे है। ते हुण किसान आगूआं ने एक नवां ते वड्डा ऐलान कर दिता। वो ऐलान की है? इस अंदोलन के दरम्यान किसान आगूआं ने ऐतवार सवेर तक दिल्ली नूं जाण वाले सारे हाईवे बंद करने का ऐलान कर दिता है। पत्रकारां नाल गलबात कर रहे सन डॉक्टर दर्शनपाल। वो कहते यूपी और राजस्थान तो किसानां दे जथे निकले हुए ने, नाल ही पंजाब के हर पिंड दे विचों 10-10 नौजवानों नूं कुंडली बॉर्डर ते पहुंचण की अपील भी नालों नाल की गई है। अज रात या ऐतवार सवेर तक दिल्ली जयपुर और दिल्ली आगरा हाईवे कहते सील कर दिता जाएगा। ਅਤੇ ਭਾਰਤੀ किसान यूनियन पंजाब के प्रधान ने बलबीर सिंह राजेवाल, उन्होंने कहा कि किसान लगातार ਵਧਦੇ जा रहे हैं, गिणती विच लगातार वाधा हो रहा है। तो कल भी पंजाब तो हज़ारां की गिणती दे विच वड्डे काफले के रूप में किसान दिल्ली पहुँचे है। हुण तुसीं देखो कि बीती रात मींह भी पिया,
ठंड लगातार डे बाई डे दिन प्रति दिन वधदी जा रही है, पर किसानां दे हौसले उसे तरीके नाल बरकरार ने। सिदक नाल सिरड़ नाल वक्खो वक्ख थावां दे उत्ते मोर्चा मल्ली बैठे है। हुण इधर एक पासे मोर्चा लग्या होया, दूसरे पासे खबर मिल रही है कि एक हरियाणा दे विचों वफद आया अते वो खेतीबाड़ी मंत्री नूं मिलिया। एक पासे तिन्ने खेती कानूनां दे खिलाफ समुचे भारत दे विचों किसान अंदोलन सिखरां ते है, ते एक जानकारी मिल रही है कि हरियाणा के 29 किसानों का वफद अज खेतीबाड़ी मंत्री नरेंद्र तोमर नूं मिलिया अते नवे खेती कानूनों की उन्होंने हमायत की है अते नाल कहंदे चेतावनी दी है कि जेकर आह कानून रद्द कर दिते गए, जिन्हों रद्द करने की समुचे तौर पर मंग उठी हुई है, फिर कहंदे असीं रोस प्रदर्शन करांगे। इस वफद की अगवाई कर रहे सन भारतीय किसान यूनियन मान हरियाणा के सूबाई आगू गुनी प्रकाश। उन्होंने तोमर नूं अपना समर्थन पत्र मंग पत्र दिता है अते कहा है कि यह कानून जिहड़े सरकार ने बनाए ने ये जारी रखे जाण, जे रद्द कीते तां असीं प्रदर्शन करांगे। हुण मैनूं समझ नहीं आई कि जिहड़िया 29 किसानां दा एक वफद उठ के तुर गया कि जिहड़िया समुचे भारत के किसान वो दिल्ली की हिक ते जाके बैठे है कि उन्हां नालों भी वड्डे किसान ने, कि उन्हां नालों भी इन्हां किसानां दी गिणती वड्डी है। पर मैं कल भी तुहाडे नाल खबर साझी कीती सी कि देखियो राजनीति बहुत वड्डे दाग खेडण दी तैयारी विढ़ चुकी है। भावें वो कुछ एजेंसियां दे राहीं इहदे विच घुसपैठ करन, भावें कुछ आ सो काल्ड होर किसान यूनीयनां नूं बराबर खड़ा किया जाए। बीते दिन भी इसे तरह का एक वफद नरेंद्र तोमर होरां नूं मिलिया सी। आ दोबारा एक वफद आ हरियाणे दे विचों उठ के मिलना किते ना किते इस संघर्ष नूं तार पीडो करदियां चालां गोंदां शुरू हो चुकियां ने। सो किसान आगूआं ने ते समुचे किसान भाईचारे नूं अपील है कि इस तरह दीयां भेडां तो सुचेत रहना, किते तुहाडे विच वड़ के जां तुहाडी मुखालफत करके बराबर दा कोई फ्रंट सरकार वालों खुलवा ना दिता जाए। तो इधर एक होर खबर मिल गई है। याद होना है कि जदों 26 ਅਤੇ 27 नवंबर नूं दिल्ली जाण वास्ते पंजाब दीयां किसान जथेबंदियां ने अपील की सी कि दिल्ली चलो। पता लग्या सी कि रस्ते दे विच बहुत सारियां रोकां, बहुत सारे बैरीकेड, बहुत सारे पत्थर, बहुत सारे टिप्पर रेते नाल भर भर के खड़ा दिते सी। इत्थों तक कि सड़कां भी पुट दित्तियां गईयां सन जिन्हां नूं कानूनी तौर ते पुट्टिया नहीं जा सकदा। इत्थों तक कि किसान शांतमई सन, उन्हां दे उत्ते लाठी चार्ज होया, उन्हां दे उत्ते पानी दीयां तोपां मारीਆਂ गईयां, अथरू गैस के गोले छड्डे गए अते ਜਿਹੜੀ भी हद तक सरकार जा सकती सी, प्रशासन जा सकता सी, वो काम कीता सी। पर आखिरकार दरियावां नूं बन कौन लावे। वो पत्थर भी हटा दिते, रस्ते के रोड़े भी साफ कर दिते, वो जिहड़े खड्डे पुट्टे सी, सड़कां पुट्टियां सी, वो भी भर दिते। इहदे नाल बैरीकेड पता ही नहीं लग्या चुक चुक के कित्थे मारे। हुण आ खेती कानूनां नूं रद्द करवाउण दे लई किसान जथेबंदियां संघर्ष लगातार तिखा कर रहीआं ने अते चेतावनी दी गई सी कि असीं हरियाणा सरकार जिड्डे मर्जी बैरीकेड ला लवे, जिन्नियां मर्जी रोकां ला लवे, असीं वड्डी गिणती विच दोबारा दिल्ली कूच करना है। हुण जानकारी अनुसार दिल्ली जाण वाले किसानां नूं रोकण दे वास्ते एक वारी फिर रस्तिਆਂ ਦੇ ਵਿੱਚ रोकां ਢਾਹ ਦਿੱਤੀਆਂ गईयां ने। पर जथेबंदियां दे सੱਦੇ ते दिल्ली जाण दे किसान ਉਹ ਜਿਹੜੇ ਚਾਹਬਾਨ ਸੀ ਢਾਬੀ ਗੁਜਰਾਂ ਦੇ ਨੇੜੇ पंजाब हरियाणा सरहद ते लगियां रोकां नूं हटा के अगे वध गए। किसान जदों सरहद ते पहुंचे तो उन्होंने देखा कि हरियाणा पुलिस ने पिंड दातेवाल दे कोल फिर तो रोकां ला दित्तियां। रोह विच आए किसानां ने हरियाणा की खट्टर सरकार अते मोदी सरकार के खिलाफ जोरदार नारेबाजी की। दिल्ली संगरूर कौमी मुख मार्ग के वड्डे वड्डे पत्थरां दीयां जिहड़ियां रोकां सन औ भगा मारियां, औ तोड़ मारियां ਅਤੇ दिल्ली ਵੱਲ कूच कर गए तो प्रशासन खड़ा तकदा रह गया। शायद मैनूं लगदा उन्होंने 26-27 नवंबर वाला वाਕਿਆ ਜਾਂ ਤਾਂ भुल गए ਜਾਂ ਉਹਨਾਂ ਨੂੰ लगदा सी कि शायद ਜਿਹੜੇ जोशीले लोग सी लंघ चुके ने, शायद हुण ये रोकां कोई हटा नहीं सकेगा। सरकार इस भरम विच सी, इस भुलेखे विच सी। आ दोबारा लाइयां रोकां नूं चुक के पासे मारिया ਅਤੇ दिल्ली ਵੱਲ कूच करन दे विच किसान एक वारी फिर तो कामयाब होए। सो अगली खबर बड़ी मंदभागी खबर है। किसान अंदोलन दे विच हिस्सा लैके दिल्ली तो वापस अपने घर परत रहे सन 57 वरियां दे किसान बलवीर सिंह, जिन्हां दी बीती रात सड़क हादसे विच मौत हो गई है, जिस ते किसानां ने भाजपा दे राज सभा
ਮੈਂਬਰ ਨੇ ਜਿਹੜੇ ਸ਼ਵੇਤ ਮਲਕ, ਉਹਨਾਂ ਦੀ ਕੋਠੀ ਅੱਗੇ ਚੱਲ ਰਹੇ ਧਰਨੇ ਦੇ ਵਿੱਚ ਇਸ ਕਿਸਾਨ ਦੀ ਮ੍ਰਿਤਕ ਦੇ ਰੱਖ ਕੇ ਰੋਸ ਪ੍ਰਦਰਸ਼ਨ ਕੀਤਾ ਅਤੇ ਫਿਰ ਐਸਡੀਐਮ ਅਜਨਾਲਾ ਨੇ ਸਰਕਾਰ ਵੱਲੋਂ ਮ੍ਰਿਤਕ ਕਿਸਾਨ ਦੇ ਪਰਿਵਾਰ ਨੂੰ 5 ਲੱਖ ਰੁਪਏ ਦਾ ਮੁਆਵਜ਼ਾ, ਕਰਜ਼ਾ ਮੁਆਫੀ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਪ੍ਰਾਈਵੇਟ ਨੌਕਰੀ ਦਾ ਭਰੋਸਾ ਦਿੱਤਾ, ਜਿਸ ਤੋਂ ਬਾਅਦ ਮ੍ਰਿਤਕ ਕਿਸਾਨ ਦਾ ਸੰਸਕਾਰ ਕਰਨ ਵਾਸਤੇ ਜਥੇਬੰਦੀ ਰਾਜੀ ਹੋਈ। ਜਾਣਕਾਰੀ ਦੇ ਮੁਤਾਬਕ ਕਿਸਾਨ ਅੰਦੋਲਨ ਦੇ ਵਿੱਚ ਹਿੱਸਾ ਲੈ ਕੇ ਇਹ ਦਿੱਲੀ ਤੋਂ ਵਾਪਸ ਆਪਣੇ ਪਿੰਡ ਪਰਤ ਰਹੇ ਸਨ। ਕਿਸਾਨ ਸੰਘਰਸ਼ ਕਮੇਟੀ ਪੰਜਾਬ ਕਮਲਪ੍ਰੀਤ ਸਿੰਘ ਪੰਨੂ ਦੇ ਵਰਕਰ ਸਨ। ਬਲਵੀਰ ਸਿੰਘ 57 ਵਰਿਆਂ ਦੇ ਤੇ ਪਿੰਡ ਸੀ ਇਹਨਾਂ ਦਾ ਬੱਗਾ, ਨੇੜੇ ਕੁੱਕੜਾਂਵਾਲਾ। ਸ਼ੁੱਕਰਵਾਰ ਦੀ ਰਾਤ 10:30 ਵਜੇ ਜਦੋਂ ਅੰਮ੍ਰਿਤਸਰ ਜੀਟੀ ਰੋਡ ਤੇ ਟਾਂਗਰਾ ਦੇ ਨੇੜੇ ਟਰੱਕ ਤੋਂ ਉਤਰੇ ਤਾਂ ਕਿਸੇ ਤੇਜ਼ ਰਫ਼ਤਾਰ ਗੱਡੀ ਨੇ ਉਹਨਾਂ ਨੂੰ ਫੇਟ ਮਾਰ ਦਿੱਤੀ ਤੇ ਉਹਨਾਂ ਦੀ ਉੱਥੇ ਮੌਕੇ ਤੇ ਹੀ ਮੌਤ ਹੋ ਗਈ। ਕਿਸਾਨ ਆਗੂ ਨੇ ਇਸ ਦੀ ਤੁਰੰਤ ਸੂਚਨਾ ਪੁਲਿਸ ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਦਿੱਤੀ ਅਤੇ ਕਿਸਾਨ ਦੀ ਦੇਹ ਦਾ ਪੋਸਟਮਾਰਟਮ ਬਾਬਾ ਬਕਾਲਾ ਦੇ ਵਿੱਚ ਕਰਵਾਇਆ ਗਿਆ ਤੇ ਸ਼ਨੀਚਰਵਾਰ ਰਾਤ 8 ਵਜੇ ਤੱਕ ਰਾਜ ਸਭਾ ਮੈਂਬਰ ਸ਼ਵੇਤ ਮਲਕ ਦੀ ਕੋਠੀ ਦੇ ਅੱਗੇ ਬਲਵੀਰ ਸਿੰਘ ਦੀ ਦੇਹ ਨੂੰ ਲਿਆ ਕੇ ਉੱਥੇ ਪ੍ਰਦਰਸ਼ਨ ਕੀਤਾ ਜਾਂਦਾ ਰਿਹਾ ਤੇ ਇਸ ਮੌਕੇ ਜਾਣਕਾਰੀ ਦਿੰਦਿਆਂ ਬਲਵੀਰ ਸਿੰਘ ਦੇ ਪੁੱਤਰ ਸ਼ਮਸ਼ੇਰ ਸਿੰਘ ਅਤੇ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਹਰਜੀਤ ਸਿੰਘ ਨੇ ਦੱਸਿਆ ਕਿ ਬਲਵੀਰ ਸਿੰਘ ਸ਼ਵੇਤ ਮਲਕ ਦੇ ਘਰ ਦੇ ਬਾਹਰ ਦਿੱਤੇ ਜਾ ਰਹੇ ਧਰਨੇ ਵਿੱਚ 1 ਮਹੀਨਾ ਸ਼ਾਮਲ ਰਹੇ, ਇਸ ਲਈ ਉਹਨਾਂ ਦੀ ਦੇਹ ਨੂੰ ਪੋਸਟਮਾਰਟਮ ਤੋਂ ਬਾਅਦ ਇੱਥੇ ਹੀ ਲਿਆਂਦਾ ਗਿਆ। ਕਿਸਾਨ ਆਗੂ ਨੇ ਦੱਸਿਆ ਕਿ ਬਲਵੀਰ ਸਿੰਘ ਦੇ ਲੜਕੇ ਦਾ ਵਿਆਹ ਆਉਣ ਵਾਲੀ 15 ਤਰੀਕ ਭਾਵ 15 ਜਨਵਰੀ ਨੂੰ ਰੱਖਿਆ ਹੋਇਆ ਸੀ। ਦੇਖੋ, ਘਰ ਦੇ ਵਿੱਚ ਖੁਸ਼ੀਆਂ ਆਉਣ ਵਾਲੀਆਂ ਸੀ, ਪਰ ਪਤਾ ਨਹੀਂ ਹੋਣਾ ਕੀ ਹੁੰਦਾ। ਇਸ ਮੌਕੇ ਫਿਰ ਐਸਡੀਐਮ ਅਜਨਾਲਾ ਦੀਪਕ ਭਾਟੀਆ ਪਹੁੰਚੇ, ਕਿਸਾਨ ਆਗੂਆਂ ਨਾਲ ਗੱਲਬਾਤ ਕੀਤੀ ਅਤੇ ਫਿਰ ਉਹਨਾਂ ਦੀਆਂ ਮੰਗਾਂ ਮੰਨੀਆਂ। ਮੁਆਵਜ਼ਾ ਦੇਣ ਦੀ ਗੱਲ ਮੰਨੀ, ਨਾਲ ਪ੍ਰਾਈਵੇਟ ਨੌਕਰੀ ਦੀ ਗੱਲ ਮੰਨੀ ਅਤੇ ਨਾਲ ਸਰਕਾਰੀ ਨੌਕਰੀ ਦਾ ਕੇਸ ਬਣਾ ਕੇ ਸਰਕਾਰ ਨੂੰ ਭੇਜਣ ਦਾ ਭਰੋਸਾ ਦਿੱਤਾ। ਇਹਦੇ ਤੋਂ ਬਾਅਦ ਕਿਸਾਨ ਆਗੂ ਬਲਵੀਰ ਸਿੰਘ ਦੇ ਸੰਸਕਾਰ ਲਈ ਫਿਰ ਰਾਜ਼ੀ ਹੋਏ ਤੇ ਉਧਰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਗਰੁੱਪ ਨੇ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਤੇ ਦੋਸ਼ ਲਾਇਆ ਕਿ ਕੇਂਦਰ ਸਰਕਾਰ ਦੇ ਅੜੀਅਲ ਵਤੀਰੇ ਦੇ ਕਾਰਨ ਕਿਸਾਨੀ ਸੰਘਰਸ਼ ਦੌਰਾਨ ਬੀਤੇ 3 ਮਹੀਨਿਆਂ ਤੋਂ ਹੁਣ ਤੱਕ ਪੰਜਾਬ ਦੇ ਲਗਭਗ 1.5 ਦਰਜਨ ਕਿਸਾਨਾਂ ਦੀ ਮੌਤ ਹੋ ਚੁੱਕੀ ਹੈ। 18-19 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ, ਪਰ ਇਸ ਦੇ ਬਾਵਜੂਦ ਵੀ ਉਹ ਕਹਿੰਦੇ ਕੇਂਦਰ ਸਰਕਾਰ ਤੇ ਕੰਨ ਤੇ ਜੂੰ ਹੀ ਨਹੀਂ ਸਰਕ ਰਹੀ, ਸਗੋਂ ਉਲਟਾ ਜਾਰੀ ਕੀਤੇ ਗਏ ਕਿਸਾਨ ਵਿਰੋਧੀ ਬਿੱਲਾਂ ਨੂੰ ਕਿਸਾਨਾਂ ਲਈ ਫਾਇਦੇਮੰਦ ਇੱਕ ਮੌਕੇ ਤੇ ਨਹੀਂ, ਜਦੋਂ ਵੀ ਕਿਤੇ ਪ੍ਰਧਾਨ ਮੰਤਰੀ ਨੂੰ ਬੋਲਣ ਦਾ ਮੌਕਾ ਮਿਲਦਾ ਹੈ, ਜਦੋਂ ਕਿਤੇ ਖੇਤੀਬਾੜੀ ਮੰਤਰੀ ਨੂੰ ਬੋਲਣ ਦਾ ਮੌਕਾ ਮਿਲਦਾ ਹੈ। ਅੱਜ ਤੇ ਵਿੱਤ ਮੰਤਰੀ ਨੇ ਵੀ ਆਖ ਦਿੱਤਾ, ਬੀਤੇ ਦਿਨੀ ਗ੍ਰਹਿ ਮੰਤਰੀ ਨੇ ਵੀ ਆਖਿਆ ਸੀ। ਉਹ ਕਹਿੰਦੇ ਉਦੋਂ ਫਾਇਦੇ ਗਿਣਾਉਣ ਲੱਗ ਪੈਂਦੇ ਆ ਤੇ ਹੁਣ ਇੱਕ ਪਾਸੇ ਮੀਟਿੰਗ ਕਰਨ ਦੀ, ਇੱਕ ਪਾਸੇ ਸੱਦਾ ਦੇਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ। ਕਹਿਣ ਦਾ ਭਾਵ ਤਾਂ ਫਿਰ ਦੋਗਲੀਆਂ ਗੱਲਾਂ ਹੋ ਗਈਆਂ। ਇੱਕ ਪਾਸੇ ਮੀਟਿੰਗਾਂ ਦੇ ਸੱਦੇ, ਗੱਲਬਾਤ ਦੇ ਸੱਦੇ ਤੇ ਦੂਸਰੇ ਪਾਸੇ ਕਹਿੰਦੇ ਨੇ ਕਿ ਪਿੰਡ ਸੱਥ ਜਾ ਕੇ ਅਸੀਂ 700 ਥਾਵਾਂ ਦੇ ਉੱਤੇ ਚੌਪਾਲਾਂ ਲਾਵਾਂਗੇ, ਅਸੀਂ ਪੱਤਰਕਾਰਾਂ ਨੂੰ ਸੱਦਾਂਗੇ, ਅਸੀਂ ਦੱਸਾਂਗੇ ਕਿ ਇਹ ਕਾਨੂੰਨ ਕਿਸਾਨਾਂ ਦੇ ਫਾਇਦੇ ਦੇ ਕਾਨੂੰਨ ਨੇ। ਜੇ ਫਾਇਦੇ ਦੇ ਕਾਨੂੰਨ ਨੇ ਫਿਰ ਦੱਸ ਦਿਓ ਕਿ ਭਾਈ ਆਪੋ ਆਪਣੇ ਘਰਾਂ ਨੂੰ ਜਾਓ, ਅਸੀਂ ਕਾਨੂੰਨ ਬਿਲਕੁਲ ਰੱਦ ਨਹੀਂ ਕਰਨੀ, ਅਸੀਂ ਇਹਦੇ ਵਿੱਚ ਕੋਈ ਸੋਧ ਨਹੀਂ ਕਰਨੀ। ਇਹਦਾ ਮਤਲਬ ਤੁਸੀਂ ਇਹ ਤਾਂ ਗੱਲ ਤਸਲੀਮ ਕਰ ਚੁੱਕੇ ਹੋ ਕਿ ਜਿਹੜੇ ਆ ਕਾਨੂੰਨ ਬਣਾਏ ਨੇ ਇਹਦੇ ਵਿੱਚ ਕਿਤੇ ਨਾ ਕਿਤੇ ਵਪਾਰੀਆਂ ਦਾ ਪੱਖ ਤੁਸੀਂ ਅਹਿਮ ਰੱਖਿਆ, ਕਿਉਂਕਿ ਇਹ ਗੱਲ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਬੀਤੇ ਦਿਨੀ ਖੁਦ ਤਸਲੀਮ ਕਰ ਚੁੱਕੇ ਹੈ ਕਿ ਕਾਨੂੰਨ ਵਪਾਰੀਆਂ ਵਾਸਤੇ ਬਣਾਏ ਨੇ। ਫਿਰ ਕਿਸਾਨੀ ਬਿੱਲ ਕਿਉਂ ਕਹਿੰਦੇ ਸੀ, ਕਿਸਾਨੀ ਕਾਨੂੰਨ ਕਿਉਂ ਕਹਿੰਦੇ ਸੀ, ਵਪਾਰੀ ਕਾਨੂੰਨ ਕਹੋ। ਇਹਦਾ ਮਤਲਬ ਕਿਤੇ ਨਾ ਕਿਤੇ ਸਰਕਾਰ ਦੇ ਦੋਗਲੇ ਚਿਹਰੇ ਸਾਹਮਣੇ ਨਜ਼ਰ ਆ ਰਹੇ ਹੈ। ਹੁਣ ਭਾਵੇਂ ਸਰਕਾਰ ਇਹਨਾਂ ਅੰਦੋਲਨ ਦੇ ਦੌਰਾਨ ਜਾਨਾਂ ਗਵਾਉਣ ਵਾਲਿਆਂ ਵਾਸਤੇ ਹਾਲੇ ਕੁਝ ਨਹੀਂ ਕਰ ਰਹੀ, ਪਰ ਸਦਕੇ ਜਾਈਏ ਡਾਕਟਰ SP ਸਿੰਘ ਅਬਰਾਈ ਦੇ। ਦੇਖੋ, ਕੇਂਦਰ ਸਰਕਾਰ ਨਾਲ ਆਪਣੀਆਂ ਮੰਗਾਂ ਨੂੰ ਮਨਾਉਣ ਵਾਸਤੇ ਮੱਥਾ ਲਾਈ ਬੈਠਿਆ ਕਿਸਾਨ, ਮੱਥਾ ਲਾਈ ਬੈਠਿਆ ਮਜ਼ਦੂਰ, ਮੱਥਾ ਲਾਈ ਬੈਠਿਆ ਬੁੱਧੀਜੀਵੀ, ਮੱਥਾ ਲਾਈ ਬੈਠੇ ਆ ਕਲਾ ਨੂੰ ਪਰਣਾਏ ਲੋਕ, ਕਲਾਕਾਰ, ਅਦਾਕਾਰ ਤੇ ਕਿਸਾਨਾਂ ਮਜ਼ਦੂਰਾਂ ਦੇ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਕੌਮਾਂਤਰੀ ਪੱਧਰ ਦੇ ਸਮਾਜ ਸੇਵੀ ਨੇ, ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਬਾਨੀ ਨੇ ਡਾਕਟਰ SP ਸਿੰਘ ਅਬਰਾਏ। ਉਹ ਕਹਿੰਦੇ ਕਿਸਾਨ ਮੋਰਚੇ ਦੌਰਾਨ ਜਿੰਨੀਆਂ ਵੀ ਕਿਸਾਨਾਂ ਦੀਆਂ ਜਾਨਾਂ ਗਈਆਂ ਨੇ ਉਹਨਾਂ ਦੇ ਪਰਿਵਾਰਾਂ ਨੂੰ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਵੱਲੋਂ 10,000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਸਾਡਾ ਟਰਸਟ ਦੇਵੇਗਾ।
ਜਦੋਂ ਆਹ ਗੱਲ ਕਹੀ ਉਹਨਾਂ ਨੇ, ਜਕਾਰਿਆਂ ਦੀ ਗੂੰਜ ਦੇ ਵਿੱਚ ਉਹਨਾਂ ਦਾ ਸਵਾਗਤ ਹੋਇਆ। ਉਸ ਵਕਤ ਐਲਾਨ ਕਰਦਿਆਂ ਡਾਕਟਰ ਅਬਰਾਏ ਨੇ ਕਿਹਾ ਕਿ ਸੰਘਰਸ਼ੀਲ ਕਿਸਾਨਾਂ ਦੇ ਆਗੂਆਂ ਵੱਲੋਂ ਜੋ ਵੀ ਟਰੱਸਟ ਨੂੰ ਸੇਵਾ ਲਈ ਜਾਏਗੀ ਤੁਰੰਤ ਪੂਰੀ ਕੀਤੀ ਜਾਏਗੀ। ਇਸੇ ਦੌਰਾਨ ਡਾਕਟਰ ਐਸਪੀ ਸਿੰਘ ਅਬਰਾਏ ਵੱਲੋਂ ਜਿੱਥੇ ਆਪਣੇ ਸਵਰਗੀ ਪਿਤਾ ਪ੍ਰੀਤਮ ਸਿੰਘ ਨੂੰ ਮਿਲਿਆ ਰਾਸ਼ਟਰਪਤੀ ਐਵਾਰਡ ਵਾਪਸ ਕਰਨ ਦਾ ਐਲਾਨ ਕੀਤਾ, ਉੱਥੇ ਹੀ ਟਰੱਸਟ ਦੇ ਕੌਮੀ ਪ੍ਰਧਾਨ ਨੇ ਜੱਸਾ ਸਿੰਘ ਸੰਧੂ, ਉਹਨਾਂ ਵੱਲੋਂ ਵੀ ਆਪਣਾ ਰਾਸ਼ਟਰਪਤੀ ਪੁਲਿਸ ਅਵਾਰਡ ਵਾਪਸ ਕਰਨ ਦਾ ਐਲਾਨ ਕਰ ਦਿੱਤਾ ਗਿਆ। ਦੱਸਣਾ ਬਣਦਾ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਵੱਲੋਂ ਡਾਕਟਰ ਅਬਰਾਏ ਦੀ ਯੋਗ ਸਰਪ੍ਰਸਤੀ ਹੇਠ ਬੀਤੇ ਕਈ ਦਿਨਾਂ ਤੋਂ ਲਗਾਤਾਰ ਡਾਕਟਰਾਂ ਦੀਆਂ ਟੀਮਾਂ ਭੇਜੀਆਂ ਜਾ ਰਹੀਆਂ ਨੇ ਤਾਂ ਕਿ ਕਿਸਾਨਾਂ ਦਾ ਇਲਾਜ ਹੋ ਸਕੇ। ਮੁਫਤ ਦਵਾਈਆਂ ਦਿੱਤੀਆਂ ਜਾ ਰਹੀਆਂ ਨੇ। ਇਸ ਦੇ ਨਾਲ ਹੀ ਟਰੱਸਟ ਦੇ ਵੱਲੋਂ ਮੋਰਚੇ ਦੌਰਾਨ ਚੱਲ ਰਹੇ ਲੰਗਰਾਂ ਅਤੇ ਨਿਹੰਗ ਸਿੰਘਾਂ ਦੇ ਘੋੜਿਆਂ ਲਈ ਰਾਸ਼ਨ ਭੇਜਿਆ ਜਾ ਰਿਹਾ ਹੈ। ਕੰਬਲ, ਜੈਕਟਾਂ, ਸਲੀਪਰ, ਤੌਲੀਏ ਵੰਡੇ ਜਾ ਰਹੇ ਨੇ ਅਤੇ ਡਾਕਟਰ ਅਬਰਾਏ ਨੇ ਇਸ ਐਲਾਨ ਦੇ ਨਾਲ ਕਿਹਾ ਕਿ ਇਹ ਸੇਵਾ ਵੀ ਨਿਰੰਤਰ ਜਾਰੀ ਰਹੇਗੀ। ਇਸ ਤਰ੍ਹਾਂ ਦੇ ਬੰਦਿਆਂ ਦੀ ਜ਼ਰੂਰਤ ਹੈ। ਉਹ ਕਹਿੰਦੇ ਜਿੰਨਿਆਂ ਨੇ ਵੀ ਸ਼ਹੀਦੀਆਂ ਪਾ ਲਈਆਂ ਇਸ ਅੰਦੋਲਨ ਦੇ ਦੌਰਾਨ 10,000 ਰੁਪਇਆ ਪੈਨਸ਼ਨ ਉਹਨਾਂ ਦੇ ਪਰਿਵਾਰ ਨੂੰ ਉਹਨਾਂ ਦਾ ਟਰੱਸਟ ਦੇਵੇਗਾ। ਤੇ ਇੱਕ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਸੀ ਬੀਤੇ ਦਿਨੀ ਕਿ ਸੁਪਰੀਮ ਕੋਰਟ ਦੀ ਪਟੀਸ਼ਨ ਤੇ ਸੁਣਵਾਈ ਹੋਣੀ ਹੈ। ਅਸਲ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਦੇ ਵੱਲੋਂ ਇਹਨਾਂ ਖੇਤੀ ਕਾਨੂੰਨਾਂ ਨੂੰ ਲੈ ਕੇ ਦਾਖਲ ਕੀਤੀ ਪਟੀਸ਼ਨ ਤੇ ਸੁਪਰੀਮ ਕੋਰਟ ਦੇ ਵਿੱਚ 16 ਦਸੰਬਰ ਨੂੰ ਹੁਣ ਸੁਣਵਾਈ ਹੋਏਗੀ। ਦੱਸਣਾ ਬਣਦਾ ਕਿ ਬੀਤੇ ਦਿਨੀ ਭਾਰਤੀ ਕਿਸਾਨ ਯੂਨੀਅਨ ਦੇ ਤਿੰਨਾਂ ਵਿਵਾਦਿਤ ਕਾਨੂੰਨਾਂ ਦੇ ਖਿਲਾਫ ਉਹਨਾਂ ਨੇ ਸੁਪਰੀਮ ਕੋਰਟ ਦਾ ਰੁਖ ਕੀਤਾ ਸੀ। ਪਟੀਸ਼ਨ ਦਾਇਰ ਕਰਕੇ ਭਾਕੀਓ ਨੇ ਤਿੰਨੇ ਬਿੱਲਾਂ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਹੈ। ਪਟੀਸ਼ਨ 'ਚ ਦਾਅਵਾ ਕੀਤਾ ਗਿਆ ਹੈ ਕਿ ਨਵੇਂ ਖੇਤੀ ਕਾਨੂੰਨ ਇਸ ਖੇਤਰ ਨੂੰ ਪ੍ਰਾਈਵੇਟਾਈਜੇਸ਼ਨ ਵੱਲ ਧੱਕ ਰਹੇ ਨੇ। ਉਧਰ ਕਿਸਾਨਾਂ ਨੇ 14 ਦਸੰਬਰ ਨੂੰ ਪੂਰੇ ਭਾਰਤ 'ਚ ਹਾਈਵੇ ਜਾਮ ਕਰਨ ਦੇ ਨਾਲ ਭੁੱਖ ਹੜਤਾਲ ਕਰਨ ਦਾ ਐਲਾਨ ਵੀ ਕਰ ਦਿੱਤਾ ਹੈ। ਸੋ ਪਰ ਇਹ ਪਹਿਲਾ ਸੰਘਰਸ਼ ਹੈ, ਅੱਗੇ ਅਸੀਂ ਭੁੱਖ ਹੜਤਾਲਾਂ ਹੀ ਕਰਦੇ ਰਹੇ ਹਾਂ। ਇਸ ਵਕਤ ਬੇਸ਼ੁਮਾਰ ਲੰਗਰ ਵਰਤਾਏ ਜਾ ਰਹੇ ਨੇ, ਪਰ 14 ਤਰੀਕ ਨੂੰ ਭੁੱਖ ਹੜਤਾਲ ਦਾ ਐਲਾਨ ਵੀ ਹੈ ਅਤੇ ਨਾਲ ਦਿੱਲੀ ਜਾਮ ਕਰਨ ਦਾ ਐਲਾਨ ਵੀ ਹੈ, ਡੀਸੀ ਦਫ਼ਤਰਾਂ ਦੇ ਘਿਰਾਓ ਦਾ ਐਲਾਨ ਵੀ ਹੈ ਅਤੇ ਸਮੁੱਚੇ ਭਾਰਤ ਦੇ ਵਿੱਚ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਬੰਦ ਨੂੰ, ਇਸ ਹੜਤਾਲ ਨੂੰ ਵੱਡਾ ਹੁੰਗਾਰਾ ਮਿਲੇਗਾ। ਸੋ ਦੋਸਤੋ, ਇਹ ਸਨ ਅੱਜ ਦੀਆਂ ਕੁਝ ਖਬਰਾਂ। ਉਮੀਦ ਕਰ ਰਹੇ ਹਾਂ ਕਿ ਤੁਹਾਨੂੰ ਚੰਗੀਆਂ ਲੱਗੀਆਂ ਹੋਣਗੀਆਂ। ਜੇਕਰ ਸੱਚਮੁੱਚ ਜਾਣਕਾਰੀਆਂ ਚੰਗੀਆਂ ਲੱਗੀਆਂ ਨੇ, ਪ੍ਰੋਗਰਾਮ ਚੰਗਾ ਲੱਗਦਾ ਹੈ, ਲਾਈਕ ਸ਼ੇਅਰ ਕਰਨ ਦਾ ਕੋਈ ਕੰਜੂਸੀ ਨਾ ਕਰਿਆ ਕਰੋ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਅਤੇ ਜੇਕਰ ਹਾਲੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਨੱਪ ਲੈਣੀ। ਤੁਹਾਡੇ ਧੰਨਵਾਦੀ ਹੋਵਾਂਗੇ। ਤੇ ਹੁਣ ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾਦਿਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ੍ਰੀ ਅਕਾਲ। ਤੇਰਾ ਭਰਾਖਾ।